ਚੰਗਿਆਈਆਂ ਬੁਰਾਈਆਂ ਵੱਟ ਕਰਨ ਕਲਮੀਆਂ ਪੂਰਾ ਪੜੀ ਕਿ ਵੇੜੇ ਨੀਨਾ ਨਾਮ ਤੇ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਮੈਲੇ ਤੂੰ ਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ। तू सर्व कला का ज्ञाता, माधो हम ऐसे तू ऐसा, हम पापी तू पाप खंडन। नीको ठाकुर देसा रहाओ, तू सब साजे साज निवाजे। जियो पिंड दे प्राणा, निर्गुण यारे गुण नी कोई। तुम दान देहो मेहरबाना, तुम करो भला हम भलो न जाने। तुम सदा सदा दयाला, तुम सुखदाई पुरख विधाते। तुम राखो अपने बाला, तुम निधान अटल सुल्तान। जी जंत सब जाचै, कहो नानक हम है हवाला। राग संतन कै पाछै, सतनाम श्री वाहिगुरु साहिब जी। राग रामकली महला पंजवा। घर पहला। एक ओंकार सतगुर प्रसाद। कृपा करो दीन के दाते, मेरा गुण अवगण ना विचारो कोई। माटी का क्या धोपै स्वामी, मानस की गत एही। कृपा करो दीन के दाते, मेरा गुण अवगण ना विचारो कोई। माटी का क्या धोपै स्वामी, मानस की गत एही। वाहिगुरु जी का खालसा, वाहिगुरु जी की फतेह। परम सत्कारयोग जुगो जोग अटल, चवर छतर तख्त मालक। सहबे कमाल शब्द गुरु धन धन श्री गुरु ग्रंथ साहिब जी महाराज सच्चे पातशाह जी दे पावन चरना में जुड़ के बैठन दा, सतगुरु जी दे अमृत बचनां नूं विचारण दा, पढ़न सुणन दा समां सुभाग आपां नूं प्राप्त होया है। सतगुरु जी दी किरपा सदका गुरबाणी दी लड़ीवार कथा जो इस पावन स्थान ते चल रही है, तिस दे तहत रामकली राग दे अंदर इस समय गुरु अर्जन देव महाराज जी दी बाणी दी आरंभता हो रही है। सतगुरु धन गुरु अर्जन देव जी महाराज पावन बाणी दे द्वारा जो उपदेश बख्शिश कर रहे हैं, सतगुरु जी दे पावन
ਅੰਮ੍ਰਿਤ ਵਚਨਾਂ ਦੇ ਨਾਲ ਜੁੜ ਕਰਕੇ ਲਾਹਾ ਪ੍ਰਾਪਤ ਕਰੀਏ। ਇਸ ਤੋਂ ਪਹਿਲਾਂ 18 ਸ਼ਬਦ ਰਾਮਕਲੀ ਰਾਗ ਦੇ ਵਿੱਚ ਆ ਚੁੱਕੇ ਹਨ। 18 ਸ਼ਬਦਾਂ ਦੇ ਵਿੱਚੋਂ 11 ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ, ਇੱਕ ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀ ਦਾ, 6 ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦੇ ਇੱਥੇ ਆ ਚੁੱਕੇ ਨੇ। ਇਸ ਕਰਕੇ ਜਦੋਂ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਦੀ ਆਰੰਭਤਾ ਹੋ ਰਹੀ ਹੈ, ਅੰਕਾਂ ਦੀ ਜੋ ਗਿਣਤੀ ਲਿਖੀ ਹੈ 4 6 18, 4 ਜਿਹੜਾ ਅੰਕ ਹੈ ਉਹ ਹੈ ਇਹ ਸ਼ਬਦ 4 ਪਦਿਆਂ ਵਾਲਾ ਹੈ। 6 ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦੇ ਇੱਥੇ ਆਏ ਨੇ। 18 ਅਖੀਰ ਵਿੱਚ ਅੰਕ ਭਾਵ ਕਿ ਇੱਥੇ ਕੁੱਲ 18 ਸ਼ਬਦ ਜਿਹੜੇ ਨੇ ਇੱਥੋਂ ਤੱਕ ਆ ਚੁੱਕੇ ਨੇ। ਇਹਦੇ ਵਿੱਚੋਂ 11 ਸ਼ਬਦ ਗੁਰੂ ਨਾਨਕ ਦੇਵ ਜੀ ਦੇ, ਇੱਕ ਸ਼ਬਦ ਗੁਰੂ ਅਮਰਦਾਸ ਜੀ ਦਾ, 6 ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦੇ। ਇਸ ਤੋਂ ਅੱਗੇ ਪੰਚਮ ਪਾਤਸ਼ਾਹ ਜੀ ਦੀ ਬਾਣੀ ਆਰੰਭ ਹੋ ਰਹੀ ਹੈ 882 ਅੰਗ ਤੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਉੱਤਮ ਜਗਿਆਸੂ ਦੀ ਅਵਸਥਾ ਨੂੰ ਬਿਆਨ ਕਰਦੇ ਨੇ। ਉੱਤਮ ਜਗਿਆਸੂ ਜਿਸ ਨੇ ਸ਼ਬਦ ਦੀ ਕਮਾਈ ਕੀਤੀ, ਨਾਮ ਜਪਿਆ ਹੈ, ਸਿਮਰਨ ਕੀਤਾ ਹੈ। ਸਿਮਰਨ ਕਰਨ ਦੇ ਨਾਲ, ਸ਼ਬਦ ਦਾ ਅਭਿਆਸ ਕਰਨ ਦੇ ਨਾਲ ਸਾਡੇ ਮਨ ਦੀ ਅਵਸਥਾ ਚੇਂਜ ਹੁੰਦੀ ਹੈ। ਜਿਹੜਾ ਮਨ ਪਹਿਲਾਂ ਹੋਰ ਗੱਲਾਂ ਵਿੱਚ ਖੁੱਭਿਆ ਹੋਇਆ ਸੀ, ਜਿਹੜਾ ਮਨ ਹੋਰ ਗੱਲਾਂ ਵਿੱਚ ਫਸਿਆ ਹੋਇਆ ਸੀ, ਉਹ ਮਨ ਉਹਨਾਂ ਚੀਜ਼ਾਂ ਵਿੱਚੋਂ ਨਿਕਲ ਕਰਕੇ ਹੁਣ ਵੱਡੀਆਂ ਪੁਲਾਂਘਾਂ ਪੱਟਦਾ ਹੈ, ਹੁਣ ਰੂਹਾਨੀਅਤ ਦੇ ਮਾਰਗ ਵਿੱਚ ਚੱਲਦਾ ਹੈ। ਜਿਵੇਂ ਜਦੋਂ ਮਨੁੱਖ ਬਚਪਨ ਦੇ ਵਿੱਚ ਹੁੰਦਾ ਹੈ, ਬੱਚੇ ਦੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ, ਉਹਨੂੰ ਚੰਗੇ ਭਲੇ ਦੀ, ਬੁਰੇ ਦੀ, ਮਾੜੇ ਚੰਗੇ ਦੀ ਪਤਾ ਨਹੀਂ ਹੁੰਦੀ, ਸੋਝੀ ਨਹੀਂ ਹੁੰਦੀ। ਪਰ ਜਿਵੇਂ ਉਹ ਪੜ੍ਹਾਈ ਕਰਦਾ ਹੈ, ਦੁਨੀਆ ਵਿੱਚ ਉਹਨੂੰ ਗਿਆਨ ਹਾਸਲ ਹੁੰਦਾ ਹੈ, ਤਾਂ ਉਹਨੂੰ ਸਭ ਚੀਜ਼ ਦੀ ਸੋਝੀ ਆਉਣ ਲੱਗ ਜਾਂਦੀ ਹੈ। ਤਾਂ ਉਹਨੂੰ ਪਤਾ ਲੱਗ ਜਾਂਦਾ ਹੁਣ ਮੈਂ ਕਰਨਾ ਕੀ ਆਪਣੇ ਜੀਵਨ ਦੇ ਵਿੱਚ। ਪੜ੍ਹਾਈ ਤੋਂ ਬਿਨਾਂ ਮਨੁੱਖ ਨੂੰ ਇਹ ਸਮਝ ਨਹੀਂ ਆਉਂਦੀ ਮੈਂ ਆਪਣੇ ਜੀਵਨ ਨੂੰ ਸੋਹਣਾ ਕਿਵੇਂ ਬਣਾਉਣਾ ਹੈ, ਚੰਗਾ ਕਿਵੇਂ ਬਣਾਉਣਾ ਹੈ। ਤੇ ਜੇ ਮਨੁੱਖ ਨੂੰ ਅੱਖਰਾਂ ਦਾ ਗਿਆਨ ਨਾ ਹੋਵੇ, ਤਾਲੀਮ ਨਾ ਹੋਵੇ, ਤਾਂ ਇਹ ਜਿਹੜਾ ਜੀਵਨ ਹੈ ਪਸ਼ੂਆਂ ਦੀ ਤਰ੍ਹਾਂ ਹੀ ਹੋ ਜਾਂਦਾ ਹੈ। ਇਸ ਕਰਕੇ ਪੜ੍ਹਾਈ ਬਹੁਤ ਜ਼ਰੂਰੀ ਹੈ। ਜਿਵੇਂ ਬੱਚਾ ਪੜ੍ਹਾਈ ਕਰਦਾ ਹੈ ਤੇ ਉਹਨੂੰ ਸੋਝੀ ਆਉਣ ਲੱਗ ਜਾਂਦੀ ਹੈ। ਅੱਗੇ ਹੋਰ ਪੜ੍ਹਦਿਆਂ ਫਿਰ ਵੱਡੀਆਂ ਪਦਵੀਆਂ ਨੂੰ ਪ੍ਰਾਪਤ ਕਰਦਾ ਹੈ। ਇਹ ਤਾਂ ਸਾਡੀ ਦੁਨਿਆਵੀ ਅਵਸਥਾ ਹੈ, ਪਰ ਰੂਹਾਨੀਅਤ ਦੇ ਵਿੱਚ ਅਸੀਂ ਵੱਡੇ ਕਿਵੇਂ ਹੋਵਾਂਗੇ। ਰੂਹਾਨੀਅਤ ਵਿੱਚ ਮਨੁੱਖ ਜੇਕਰ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਿਆ, ਸਰੀਰ ਭਾਵੇਂ ਬਿਰਧ ਵੀ ਹੋ ਜਾਵੇ, ਮਹਾਰਾਜ ਕਹਿੰਦੇ ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਾਹੀ। ਭਾਵੇਂ ਬਜ਼ੁਰਗ ਹੋ ਗਿਆ ਹੈ, ਪਰ ਅੱਖਰਾਂ ਦਾ ਗਿਆਨ ਨਾ ਹੋਣ ਕਰਕੇ ਮਨਮੁਖ ਜਿਹੜਾ ਹੈ ਬਿਲਕੁਲ ਉਹ ਬਜ਼ੁਰਗਾਂ ਵਾਲੀਆਂ ਉਸ ਤਰ੍ਹਾਂ ਦੀਆਂ ਹੀ ਹਰਕਤਾਂ ਕਰਦਾ। ਜਿਵੇਂ ਜਦੋਂ ਬਜ਼ੁਰਗ ਹੋ ਜਾਂਦਾ ਮਨੁੱਖ ਬਹੁਤ ਜ਼ਿਆਦਾ, ਤੇ ਉਹਦੀਆਂ ਜਿਹੜੀਆਂ ਨੇ ਗੁਰਮੁਖ ਉਹਦੇ ਅੰਦਰ ਇਹ ਕਾਮਨਾ ਬੜੀਆਂ ਵੱਧ ਜਾਂਦੀਆਂ ਨੇ, ਇਹ ਕਰ ਲਵਾਂ, ਇਹ ਖਾ ਲਵਾਂ, ਇਹ ਪਾ ਲਵਾਂ। ਸੰਸਾਰ ਵਿੱਚ ਮਨ ਬੜਾ ਭਟਕਦਾ ਹੈ ਉਹਦਾ, ਜਿਵੇਂ ਬਾਲਕ ਦਾ ਮਨ ਭਟਕਦਾ ਹੈ ਨਾ। ਤੇ ਇਸੇ ਤਰ੍ਹਾਂ ਬਜ਼ੁਰਗ ਵੀ ਜਿਹੜਾ ਜਿਹਨੇ ਚੰਗੀ ਸੋਹਬਤ ਨਹੀਂ ਕੀਤੀ, ਸੰਗਤ ਨਹੀਂ ਕੀਤੀ, ਉਹਦੀ ਹਾਲਤ ਵੀ ਬਿਲਕੁਲ ਉਸੇ ਤਰ੍ਹਾਂ ਹੀ ਹੋ ਜਾਂਦੀ ਹੈ। ਤੋ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜਿਵੇਂ ਕਿਸੇ ਨੂੰ ਸੋਝੀ ਆਈ, ਨਾਮ ਨਾਲ ਜੁੜ ਕੇ, ਬਾਣੀ ਨਾਲ ਕਮਾਈ ਕਰਕੇ ਅੰਦਰੋਂ ਵੱਡਾ ਹੋਇਆ, ਅੰਦਰੋਂ ਆਤਮਕ ਪ੍ਰਾਪਤੀ ਵਾਸਤੇ, ਆਤਮਕ ਜੀਵਨ ਵਾਸਤੇ ਫਿਰ ਇਹ ਖੋਜ ਕਰਦਾ ਹੈ, ਅੱਗੇ ਵੱਧਦਾ ਹੈ। ਤੇ ਉਸ ਸਮੇਂ ਇੱਕ ਗੱਲ ਹੁੰਦੀ ਹੈ ਕਿ ਮਨੁੱਖ ਦੇ ਅੰਦਰ ਅਰਦਾਸ ਚੱਲਦੀ ਹੈ, ਕਿਉਂਕਿ ਪਤਾ ਲੱਗ ਜਾਂਦਾ ਹੈ ਗੁਰੂ ਗੁਣਾਂ ਦਾ ਸਾਗਰ ਹੈ, ਪਰਮਾਤਮਾ ਗੁਣਾਂ ਦਾ ਸਾਗਰ ਹੈ, ਤੇ ਮੈਂ ਤਾਂ ਔਗੁਣਾਂ ਦਾ ਭਰਿਆ ਹੋਇਆ। ਕਿਸੇ ਵੀ ਮਨੁੱਖ ਨੂੰ ਆਪਣਾ ਛੋਟਾਪਨ ਨਜ਼ਰ ਕਦੋਂ ਆਉਂਦਾ ਹੈ?
ਜਦੋਂ ਆਪਾਂ ਕਿਸੇ ਵੱਡੇ ਦੇ ਨਾਲ ਜੁੜਦੇ ਹਾਂ, ਕਿਸੇ ਵੱਡੀ ਚੀਜ਼ ਨੂੰ ਵੇਖਦੇ ਹਾਂ, ਤੇ ਫਿਰ ਉੱਥੇ ਪਤਾ ਲੱਗਦਾ ਹੈ ਕਿ ਇਹਦੇ ਸਾਹਮਣੇ ਮੈਂ ਛੋਟਾ ਹਾਂ। ਜਿਵੇਂ ਆਪਾਂ ਆਪਣਾ ਘਰ ਬਣਾਇਆ, ਆਪਾਂ ਨੂੰ ਲੱਗਦਾ ਮੇਰਾ ਘਰ ਬਹੁਤ ਵੱਡਾ ਹੈ, ਪਰ ਆਪਾਂ ਕਿਸੇ ਹੋਰ ਥਾਂ ਤੇ ਗਏ, ਜਦੋਂ ਉੱਥੇ ਵੇਖਿਆ ਕਿ ਬੰਦਾ ਤਾਂ ਰਹਿਣ ਵਾਲਾ ਇੱਕ ਹੈ ਇਹਦੇ ਵਿੱਚ, ਪਰ ਬੜਾ ਵੱਡਾ ਮਹੱਲ ਹੈ। ਉੱਥੇ ਜਾ ਕੇ ਪਤਾ ਲੱਗਾ ਕਿ ਮੇਰਾ ਘਰ ਤਾਂ ਇਹਦੇ ਸਾਹਮਣੇ ਬਿਲਕੁਲ ਛੋਟਾ ਜਿਹਾ, ਕੁਝ ਵੀ ਨਹੀਂ ਹੈ। ਉਸ ਤੋਂ ਅੱਗੇ ਵੀ ਗਿਆ, ਕਿਸੇ ਬਾਦਸ਼ਾਹ ਦੇ ਮਹੱਲਾਂ ਵਿੱਚ ਗਿਆ ਤੇ ਵੇਖਿਆ ਹੀਰੇ ਲਾਲ ਜੜੇ ਨੇ, ਪਦਾਰਥਾਂ ਦੇ ਅੰਬਾਰ ਲੱਗੇ ਨੇ। ਮੇਰੇ ਘਰ ਦੇ ਵਿੱਚ ਤਾਂ ਬਿਲਕੁਲ ਥੋੜਾ ਜਿਹਾ ਰਾਸ਼ਨ ਹੈ, ਇੱਥੇ ਤਾਂ ਗਿਣਤੀ ਹੀ ਨਹੀਂ ਹੈ ਕਿੰਨਾ ਸਮਾਨ ਪਿਆ। ਪਤਾ ਲੱਗ ਗਿਆ ਇਹ ਮੇਰੇ ਤੋਂ ਬਹੁਤ ਵੱਡਾ ਹੈ। ਉੱਥੇ ਆਪਣਾ ਛੋਟਾਪਨ ਨਜ਼ਰ ਆਉਂਦਾ ਹੈ, ਆਪਣੇ ਵਿੱਚ ਕਮੀ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਸਾਨੂੰ ਜਦੋਂ ਤੱਕ ਅਸੀਂ ਰੱਬ ਨਾਲ ਨਹੀਂ ਜੁੜਦੇ, ਸਾਨੂੰ ਆਪਣਾ ਆਪ ਅਸਲੀ ਰੂਪ ਦਿਖਾਈ ਨਹੀਂ ਦੇਵੇਗਾ ਕਿ ਮੈਂ ਕੌਣ ਹਾਂ, ਮੇਰੀ ਹਸਤੀ ਕੀ ਹੈ। ਆਪਣੇ ਆਪ ਨੂੰ ਤਾਂ ਅਸੀਂ ਬਹੁਤ ਵੱਡੇ ਮੰਨੀ ਬੈਠੇ ਹਾਂ। ਜਦੋਂ ਅਸੀਂ ਗੁਣਾਂ ਦੇ ਸਾਗਰ ਪਰਮਾਤਮਾ ਨਾਲ ਜੁੜੇ, ਪਤਾ ਲੱਗ ਗਿਆ ਮੇਰੇ ਗੁਣ ਤਾਂ ਕੁਝ ਵੀ ਨਹੀਂ ਹਨ, ਬਲਕਿ ਮੇਰੇ ਵਿੱਚ ਤਾਂ ਇਸ ਮੁਕਾਬਲੇ ਵਿੱਚ ਕਮੀਆਂ ਹੀ ਕਮੀਆਂ ਹਨ, ਔਗਣ ਹੀ ਔਗਣ ਹਨ। ਤਾਂ ਉਸ ਸਰਬੱਗ ਸਰਵ ਕਲਾ ਸਮਰੱਥ ਪਰਮਾਤਮਾ ਦੇ ਚਰਨਾਂ ਵਿੱਚ ਫਿਰ ਅਰਦਾਸ ਹੁੰਦੀ ਹੈ, ਮੇਰਾ ਘਰ ਛੋਟਾ ਹੈ, ਮੈਂ ਛੋਟਾ ਹਾਂ, ਤੂੰ ਕਿਰਪਾ ਕਰ ਮੈਨੂੰ ਆਪਣੇ ਮਹਿਲ ਸਰੂਪ ਦੇ ਵਿੱਚ ਬੁਲਾ ਲੈ, ਮੈਨੂੰ ਆਪਣੇ ਵਿੱਚ ਲੀਨ ਕਰ ਲੈ। ਕਿਉਂਕਿ ਜਦੋਂ ਅਧੂਰਾਪਨ ਨਜ਼ਰ ਆਉਂਦਾ, ਫਿਰ ਬੰਦੇ ਨੂੰ ਟਿਕਾ ਨਹੀਂ ਆਉਂਦਾ, ਫਿਰ ਉਹ ਚਾਹੁੰਦਾ ਮੈਂ ਕਿਸੇ ਤਰ੍ਹਾਂ ਇਹ ਵੱਡੀ ਥਾਂ ਤੇ ਬੈਠ ਜਾਵਾਂ, ਇਹ ਵੱਡਾ ਸਥਾਨ ਮੈਨੂੰ ਮਿਲ ਜਾਵੇ। ਤਾਂ ਫਿਰ ਉੱਥੇ ਅਰਦਾਸ ਹੈ, ਬੇਨਤੀ ਹੈ, ਪ੍ਰਮਾਤਮਾ ਤੂੰ ਕਿਰਪਾ ਕਰ, ਅਸੀਂ ਬਹੁਤ ਛੋਟੇ ਹਾਂ, ਨਿਗੁਣੇ ਹਾਂ, ਤੂੰ ਕਿਰਪਾ ਕਰ ਸਾਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼, ਆਪਣੇ ਨਾਲ ਮਿਲਾ ਲੈ। ਕਿਉਂਕਿ ਵੱਡੇ ਨਾਲ ਜੁੜ ਕੇ ਜੀਵ ਵੱਡਾ ਹੋ ਜਾਂਦਾ ਹੈ, ਤੇ ਛੋਟੇ ਥਾਂ ਤੇ ਛੋਟੇ ਨਾਲ ਜੁੜ ਕੇ ਜੀਵ ਛੋਟਾ ਹੋ ਜਾਂਦਾ ਹੈ। ਜਦੋਂ ਆਪਾਂ ਸੰਸਾਰ ਨਾਲ ਜੁੜਾਂਗੇ, ਸੰਸਾਰ ਛੋਟਾ ਹੈ, ਸੰਸਾਰ ਨਾਲ ਜੁੜ ਕੇ ਸਾਡੀ ਬਿਰਤੀ ਵੀ ਉਹੀ ਹੋ ਜਾਂਦੀ ਹੈ। ਨਿਰੰਕਾਰ ਵੱਡਾ ਹੈ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ, ਪਾਲੇ ਅਕਿਰਤ ਘਣਾ, ਪੂਰਨ ਦ੍ਰਿਸ਼ਟ ਤੇਰੀ ਰਾਮ, ਤੂੰ ਵੱਡਾ ਹੈ। ਵੱਡੇ ਨਾਲ ਜੁੜ ਕੇ ਕੁਦਰਤੀ ਗੱਲ ਹੈ, ਮਨੁੱਖ ਵੱਡਾ ਹੋ ਜਾਂਦਾ ਹੈ। ਤੋ ਪਾਤਸ਼ਾਹ ਐਸੇ ਜਗਿਆਸੂ ਦੀ ਅਵਸਥਾ ਨੂੰ ਬਿਆਨ ਕਰ ਰਹੇ ਨੇ। ਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਰਾਮ ਕਲੀ ਮਹੱਲਾ ਪੰਜਵਾਂ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਰਾਮ ਕਲੀ ਹੈ। ਮਹੱਲਾ ਪੰਜਵਾਂ। ਭਾਵ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਘਰ ਪਹਿਲਾ। ਸੁਰ ਤਾਲ ਦੇ ਮੁਤਾਬਕ ਸਤਿਗੁਰੂ ਜੀ ਨੂੰ ਪਹਿਲੇ ਘਰ ਵਿੱਚ ਤੇ ਸਾਰੇ ਸ਼ਬਦਾਂ ਨੂੰ ਗਾਣ ਦਾ ਹੁਕਮ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪਰਮਾਤਮਾ ਬਾਰੇ ਮਨੁੱਖ ਨੇ ਬੜੇ ਭੁਲੇਖੇ ਪਾ ਦਿੱਤੇ, ਪਖੰਡੀ ਲੋਕਾਂ ਨੇ। ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਇੱਕੋ ਹੈ, ਉਹ ਕੋਈ ਦੋ ਚਾਰ ਨਹੀਂ। ਜਿਵੇਂ ਸਨਾਤਨ ਮਤ ਦੇ ਅੰਦਰ ਕਿਹਾ ਗਿਆ ਹੈ ਕਿ ਜਿਹੜੇ ਵਿਸ਼ਨੂੰ ਜੀ ਹਨ ਉਹ ਦੁਨੀਆ ਨੂੰ ਪਾਲਣ ਵਾਲੇ ਨੇ, ਜਿਹੜੇ ਸ਼ਿਵ ਜੀ ਹਨ ਉਹ ਦੁਨੀਆ ਨੂੰ ਸਮੇਟਣ ਵਾਲੇ ਨੇ, ਨਾਸ ਕਰਨ ਵਾਲੇ ਨੇ, ਬ੍ਰਹਮਾ ਜੀ ਦੁਨੀਆ ਨੂੰ ਬਣਾਉਣ ਵਾਲੇ ਨੇ। ਇਹਦਾ ਭਾਵ ਤਿੰਨ ਭਗਵਾਨ ਹੋ ਗਏ, ਤਿੰਨ ਰੱਬ ਹੋ ਗਏ। ਹੁਣ ਬਣਾਉਣ ਵਾਲਾ ਵੱਖਰਾ ਹੈ, ਪਾਲਣ ਵਾਲਾ ਵੱਖਰਾ ਹੈ, ਮਾਰਨ ਵਾਲਾ ਵੱਖਰਾ ਹੈ। ਤੇ ਮਨੁੱਖ ਕਿਹਦੀ ਬੰਦਗੀ ਕਰੇ, ਕਿਹਦਾ ਨਾਮ ਜਪੇ? ਕਿਉਂਕਿ ਇੱਕ ਦਾ ਜਪੇਗਾ ਦੂਜੇ ਨੇ ਨਾਰਾਜ਼ ਹੋ ਜਾਣਾ ਹੈ, ਤੇ ਫਿਰ ਇਹ ਜੀਵ ਤਾਂ ਦੁਬਿਧਾ ਵਿੱਚ ਹੀ ਪਿਆ ਰਹੇਗਾ। ਇਸੇ ਤਰ੍ਹਾਂ ਇਸਲਾਮ ਮਤ ਦੇ ਅੰਦਰ ਜਿੱਥੇ ਖੁਦਾ ਮੰਨਿਆ ਹੈ ਇੱਕ, ਉੱਥੇ ਫਰਿਸ਼ਤੇ ਵੀ ਮੰਨੇ ਨੇ। ਉੱਥੇ ਸ਼ੈਤਾਨ ਵੀ ਮੰਨਿਆ ਹੈ ਕਿ ਸ਼ੈਤਾਨ ਤੋਂ ਬਦੀਆਂ ਆਉਂਦੀਆਂ ਨੇ, ਖੁਦਾ ਤੋਂ ਨੇਕੀਆਂ ਆਉਂਦੀਆਂ ਨੇ। ਭਾਵ ਖੁਦਾ ਦੇ ਬਰਾਬਰ ਸ਼ੈਤਾਨ ਹੈ। ਜੇ ਖੁਦਾ ਤੋਂ ਨੇਕੀਆਂ ਆਉਂਦੀਆਂ ਨੇ
ਤਾਂ ਸ਼ੈਤਾਨ ਤੋਂ ਬਦੀਆਂ ਆਉਂਦੀਆਂ ਨੇ। ਤੇ ਜੇ ਇਸ ਹਿਸਾਬ ਨਾਲ ਵੇਖਿਆ ਜਾਵੇ ਤਾਂ ਸ਼ੈਤਾਨ ਦਾ ਰਾਜ ਤਾਂ ਦੁਨੀਆ ਤੇ ਫਿਰ ਚੱਲ ਰਿਹਾ ਹੈ, ਕਿਉਂਕਿ ਨੇਕੀ ਘੱਟ ਹੈ, ਦੁਨੀਆ ਵਿੱਚ ਬਦੀ ਜ਼ਿਆਦਾ ਹੈ। ਬਦੀਆਂ ਤਾਂ ਬਹੁਤ ਹੋ ਰਹੀਆਂ ਨੇ, ਮਾੜੇ ਕਰਮ ਤਾਂ ਬਹੁਤ ਹੋ ਰਹੇ ਨੇ। ਤੋ ਸਤਿਗੁਰੂ ਜੀ ਨੇ ਭਰਮ ਮਿਟਾਇਆ, ਨਹੀਂ ਭਾਈ, ਬਦੀਆਂ ਸ਼ੈਤਾਨ ਤੋਂ ਨਹੀਂ ਆਉਂਦੀਆਂ, ਬਦੀਆਂ ਮਨੁੱਖ ਦੇ ਵਿੱਚੋਂ ਹੀ ਪੈਦਾ ਹੁੰਦੀਆਂ ਨੇ। ਚੰਗਿਆਈਆਂ ਬੁਰਿਆਈਆਂ ਇਹ ਸਾਰੀਆਂ ਜੀਵ ਆਪਣੇ ਵਿੱਚ, ਇਹਦੇ ਜੇ ਚੰਗੇ ਪਾਸੇ ਲੱਗ ਜਾਵੇ ਇਹਦੇ ਵਿੱਚੋਂ ਚੰਗਿਆਈਆਂ ਪੈਦਾ ਹੁੰਦੀਆਂ ਨੇ, ਜੇ ਮਾੜੇ ਪਾਸੇ ਲੱਗ ਜਾਵੇ ਤੇ ਇਹਦੇ ਵਿੱਚੋਂ ਹੀ ਬੁਰਾਈਆਂ ਪੈਦਾ ਹੋਣ ਲੱਗ ਜਾਂਦੀਆਂ ਨੇ। ਜਿਵੇਂ ਆਪਾਂ ਜ਼ਿਮੀਂਦਾਰ ਖੇਤ ਵਾਹੁੰਦੇ ਨੇ, ਜੇ ਉਸ ਖੇਤ ਨੂੰ ਚੰਗੀ ਤਰ੍ਹਾਂ ਵਾਹਿਆ ਸਵਾਰਿਆ ਜਾਵੇ ਉਹਦੇ ਵਿੱਚ ਚੰਗੀ ਫਸਲ ਪੈਦਾ ਹੁੰਦੀ ਹੈ। ਜੇ ਖੇਤ ਨੂੰ ਵਾਹਿਆ ਸਵਾਰਿਆ ਨਾ ਜਾਵੇ, ਖੇਤ ਤਾਂ ਉਹੀ ਹੈ, ਉਹਦੇ ਵਿੱਚ ਕਬਾੜ ਪੈਦਾ ਹੋ ਜਾਵੇਗਾ, ਕਿੱਕਰ ਪੈਦਾ ਹੋ ਜਾਣਗੇ, ਜਿਹੜੇ ਕਰੀਰ ਪੈਦਾ ਹੋ ਜਾਣਗੇ, ਉਹੀ ਧਰਤੀ ਬੰਜਰ ਹੋ ਜਾਵੇਗੀ, ਜੰਗਲ ਨੁਮਾ ਬਣ ਜਾਵੇਗੀ, ਡਰਾਵਣੀ ਹੋ ਜਾਵੇਗੀ। ਉਹ ਤਾਂ ਇੱਕ ਕੁਦਰਤ ਦਾ ਪਰਮਾਤਮਾ ਨੇ ਨਿਯਮ ਬਣਾਇਆ ਹੈ। ਇਸ ਕਰਕੇ ਇਹ ਸਾਰਾ ਕੁਝ ਸੰਸਾਰ ਨੂੰ ਚਲਾਉਣ ਵਾਲਾ ਇੱਕ ਨਿਰੰਕਾਰ ਹੈ। ਤੋ ਪਾਤਸ਼ਾਹ ਜੀ ਕਹਿੰਦੇ ਉਹ ਵਾਹਿਗੁਰੂ ਕੇਵਲ ਇੱਕ ਹੈ, ਇੱਕ ਓੰਕਾਰ। ਓੰਕਾਰ ਵਾਹਿਗੁਰੂ ਨਿਰੰਕਾਰ, ਇੱਕ ਫੈਲਿਆ ਹੋਇਆ, ਸਾਰੇ ਜਤਰ ਤਤਰ ਫੈਲਿਓ ਹੋਏ ਅਨੁਰਾਗ। ਜਿੱਧਰ ਕਿਧਰ ਵੇਖੋ ਪਰਮਾਤਮਾ ਫੈਲਿਆ ਹੋਇਆ, ਸਾਰੇ ਪਾਸੇ ਪਸਰਿਆ ਹੋਇਆ ਹੈ। ਸਤਿਗੁਰ ਪ੍ਰਸਾਦ, ਉਹ ਜੋ ਵਾਹਿਗੁਰੂ ਸਾਰੇ ਹੈ, ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਉਹਨੂੰ ਮਿਲਣਾ ਹੈ। ਆਪਾਂ ਕਿਵੇਂ ਮਿਲਿਆ ਜਾਵੇਗਾ? ਜੋ ਵਾਹਿਗੁਰੂ ਸਾਰੇ ਬ੍ਰਹਿਮੰਡ ਵਿੱਚ ਹੀ ਫੈਲਿਆ ਹੋਇਆ, ਉਹਨੂੰ ਕਿਵੇਂ ਮਿਲਿਆ ਜਾਵੇ? ਤਾਂ ਮਹਾਰਾਜ ਕਹਿੰਦੇ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਨਾਲ ਮਿਲਿਆ ਜਾ ਸਕਦਾ ਹੈ। ਜਿਵੇਂ ਮਨੁੱਖ ਦੇ ਅੰਦਰ ਸੰਗੀਤ ਹੈ, ਜਿਵੇਂ ਮਨੁੱਖ ਦੇ ਅੰਦਰ ਨਿਰਤ ਕਲਾ ਹੈ, ਜਿਵੇਂ ਮਨੁੱਖ ਦੇ ਅੰਦਰ ਕਾਵ ਕਲਾ ਹੈ, ਜਿਵੇਂ ਮਨੁੱਖ ਦੇ ਅੰਦਰ ਹੋਰ ਦੁਨੀਆ ਦੀ ਅਨੇਕ ਤਰ੍ਹਾਂ ਦੀ ਕਲਾ ਛੁਪੀ ਹੋਈ ਹੈ, ਉਸ ਕਲਾ ਨੂੰ ਕਿਵੇਂ ਪ੍ਰਗਟ ਕਰ ਸਕਦਾ ਹੈ? ਤਾਂ ਕੋਈ ਗੁਰੂ ਲੱਭਣਾ ਪਵੇਗਾ, ਕੋਈ ਗੁਰੂ ਲੱਭਣਾ ਪਵੇਗਾ। ਉਹ ਗੁਰੂ ਮਨੁੱਖ ਦੇ ਅੰਦਰੋਂ ਹੀ ਕਲਾ ਨੂੰ ਪ੍ਰਗਟ ਕਰ ਦੇਵੇਗਾ। ਕੋਈ ਗੁਰੂ ਧਾਰਨ ਕਰਕੇ ਕੋਈ ਬਹੁਤ ਵੱਡਾ ਸੰਗੀਤਕਾਰ ਬਣ ਜਾਂਦਾ ਹੈ, ਕੋਈ ਨਿਰਤ ਕਲਾ ਵਿੱਚ, ਕੋਈ ਕਾਵ ਕਲਾ ਦੇ ਵਿੱਚ, ਦੁਨੀਆ ਦੀ ਅਨੇਕ ਤਰ੍ਹਾਂ ਦੀ ਕਲਾ ਹੈ, ਕੋਈ ਮਕੈਨਿਕ ਬਣ ਜਾਂਦਾ ਹੈ, ਕੋਈ ਲੋਹਾਰ ਬਣ ਜਾਂਦਾ ਹੈ। ਉਹ ਕਲਾ ਕਿੱਥੋਂ ਪ੍ਰਗਟ ਹੋਈ? ਗੁਰੂ ਨੇ ਪ੍ਰਗਟ ਕੀਤੀ ਹੈ, ਤਾਂ ਸਾਡੇ ਅੰਦਰ ਹੀ ਸੀ। ਇਸੇ ਤਰ੍ਹਾਂ ਵਾਹਿਗੁਰੂ ਨਿਰੰਕਾਰ ਹੈ ਤਾਂ ਸਾਰੇ ਪਾਸੇ ਕਣ ਕਣ ਦੇ ਵਿੱਚ, ਪਰ ਉਹ ਪ੍ਰਗਟ ਹੋਵੇਗਾ ਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ। ਗੁਰੂ ਦੀ ਕਿਰਪਾ ਕਿਵੇਂ ਹੁੰਦੀ ਹੈ? ਜਦੋਂ ਆਪਾਂ ਗੁਰੂ ਦੀ ਆਗਿਆ ਵਿੱਚ ਚੱਲਦੇ ਹਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਪ੍ਰਾਪਤ ਹੁੰਦਾ ਹੈ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਹੁਣ ਜਗਿਆਸੂ ਅਰਦਾਸ ਕਰਦਾ ਹੈ, ਜਿਸ ਨੇ ਕੁਝ ਸਿਮਰਨ ਕੀਤਾ, ਸਤ ਸੰਗਤ ਕੀਤੀ, ਉਹਨੂੰ ਸੋਝੀ ਆ ਗਈ ਅੰਦਰ ਦੀ, ਤਾਂ ਉਹਨੂੰ ਆਪਣਾ ਛੋਟਾਪਣ, ਆਪਣਾ ਕਮਜ਼ੋਰ ਪੱਖ, ਆਪਣੀਆਂ ਕਮੀਆਂ ਨਜ਼ਰ ਆਉਣ ਲੱਗ ਪਈਆਂ। ਜਿਵੇਂ ਆਰੰਭ ਵਿੱਚ ਬੇਨਤੀ ਕੀਤੀ ਹੈ, ਆਪਾਂ ਨੂੰ ਆਪਣਾ ਘਰ ਬੜਾ ਵੱਡਾ ਲੱਗਦਾ ਹੈ, ਪਰ ਜਦੋਂ ਆਪਾਂ ਆਪਣੇ ਕਿਸੇ ਰਿਸ਼ਤੇਦਾਰ ਕੋਲ ਗਏ, ਕਿਸੇ ਦੋਸਤ ਕੋਲ ਗਏ, ਕਿਸੇ ਜਾਣਕਾਰ ਕੋਲ ਗਏ, ਉਹਦਾ ਘਰ ਮੇਰੇ ਘਰ ਨਾਲੋਂ ਕਈ ਗੁਣਾ ਵੱਡਾ ਸੀ, ਤੇ ਉੱਥੇ ਜਾ ਕੇ ਪਤਾ ਲੱਗਾ ਮੈਂ ਇਹਦੇ ਤੋਂ ਛੋਟਾ ਹਾਂ। ਮੇਰਾ ਘਰ ਤਾਂ ਇਹਦੇ ਤੋਂ ਬਹੁਤ ਛੋਟਾ ਹੈ, ਇਹਦੇ ਬਦਲੇ ਮੇਰੇ ਕੋਲ ਪ੍ਰਾਪਰਟੀ ਘੱਟ ਹੈ। ਜਦੋਂ ਤੱਕ ਆਪਾਂ ਕਿਸੇ ਹੋਰ ਨੂੰ ਵੇਖਦੇ ਨਹੀਂ, ਉਦੋਂ ਤੱਕ ਸਾਨੂੰ ਆਪਣਾ ਆਪ ਨਜ਼ਰ ਨਹੀਂ ਆਉਂਦਾ। ਇਸੇ ਤਰ੍ਹਾਂ ਜਦੋਂ ਬੰਦਗੀ ਕਰਕੇ ਗੁਰੂ ਦੇ ਨੇੜੇ ਹੋਏ, ਰੱਬ ਦੇ ਨੇੜੇ ਹੋਏ, ਤੇ ਪਤਾ ਲੱਗਾ ਕਿ ਮੈਂ ਤਾਂ ਬਹੁਤ ਇੱਕ ਨਾਚੀਜ਼ ਹਾਂ। ਪਰਮਾਤਮਾ ਤਾਂ ਗੁਣਾਂ ਦਾ ਸਾਗਰ ਹੈ, ਉਹਦਾ ਮਹਿਲ, ਤੇਰਾ ਮਹਿਲ ਅਪਾਰਾ। ਵਾਹਿਗੁਰੂ ਤੇਰਾ ਮਹਿਲ ਵੱਡਾ, ਤੇਰਾ ਦਰਬਾਰ ਸੱਚਾ, ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨੇਚਲ ਚੌਰ ਸ਼ਾਹ। ਤੇਰਾ ਦਰਬਾਰ ਤਾਂ ਬੜਾ ਵੱਡਾ ਹੈ, ਅਸੀਂ ਆਪਣੇ ਆਪ ਨੂੰ ਵੱਡਾ ਮੰਨੀ ਬੈਠੇ ਸੀ। ਤੋਤੇ ਅਰਦਾਸ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਦੀਨਾਂ ਦੇ ਦਾਤੇ ਵਾਹਿਗੁਰੂ ਮੇਰੇ ਤੇ ਕਿਰਪਾ ਕਰੋ,
ਮੇਰੇ ਗੁਣਾਂ ਵੱਲ ਨਾ ਦੇਖਣਾ, ਕਿਉਂਕਿ ਗੁਣ ਤਾਂ ਕੋਈ ਹੈ ਨਹੀਂ। ਮੇਰੇ ਔਗੁਣਾਂ ਵੱਲ ਵੀ ਨਾ ਦੇਖਣਾ, ਔਗੁਣ ਤਾਂ ਬਹੁਤ ਹਨ। ਮਾਟੀ ਕਾ ਗਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਜਿਵੇਂ ਮਿੱਟੀ ਨੂੰ ਕਿੰਨਾ ਵੀ ਧੋ ਲਿਆ ਜਾਵੇ, ਮਿੱਟੀ ਨੇ ਮਿੱਟੀ ਹੀ ਰਹਿਣਾ ਹੈ, ਉਹਨੇ ਨਿਰਮਲ ਨਹੀਂ ਹੋਣਾ। ਮਹਾਰਾਜ ਇਸ ਤਰ੍ਹਾਂ ਅਸੀਂ ਜੀਵ ਬਾਹਰੋਂ ਜਿੰਨਾ ਮਰਜੀ ਕਰਮ ਕਾਂਡ ਕਰੀ ਜਾਈਏ, ਇਸ਼ਨਾਨ ਕਰੀ ਜਾਈਏ, ਸਾਡੇ ਵਿੱਚ ਤਾਂ ਔਗਣ ਹਨ, ਦੋਸ਼ਾਂ ਦੀ, ਵਿਕਾਰਾਂ ਦੀ ਮੈਲ ਹੈ। ਤੁਸੀਂ ਕਿਰਪਾ ਕਰੋ। ਸਾਡੀ ਗਤ ਹਾਲਤ ਇਹੀ ਹੈ ਜਿਵੇਂ ਮਿੱਟੀ ਦੀ ਹੈ। ਜਿਵੇਂ ਮਿੱਟੀ ਨੂੰ ਕਿੰਨਾ ਧੋ ਲੋ, ਉਹਨੇ ਚਿੱਟਾ ਥੋੜਾ ਹੋ ਜਾਣਾ ਹੈ, ਉਹਨੇ ਲਾਲ ਥੋੜਾ ਹੋ ਜਾਣਾ। ਇਸੇ ਤਰ੍ਹਾਂ ਸਾਡੇ ਸਰੀਰ ਦੀ ਗਤੀ ਹੈ। ਮੇਰੇ ਮਨ ਸਤਿਗੁਰ ਸੇਵ ਸੁਖ ਹੋਈ। ਫਿਰ ਕਿਵੇਂ ਹੋ ਸਕਦਾ ਸਾਨੂੰ ਸੁਖ ਮਿਲੇ? ਸਾਡਾ ਇਹ ਜੀਵਨ ਜੋ ਮਿੱਟੀ ਦੀ ਤਰ੍ਹਾਂ ਮਲੀਨ ਹੈ, ਇਹ ਕਿਵੇਂ ਪਵਿੱਤਰ ਹੋ ਸਕਦਾ ਹੈ? ਤਾਂ ਇੱਕ ਤਰੀਕਾ ਹੈ ਗੁਰਮੁਖੋ, ਜਿਵੇਂ ਮਿੱਟੀ ਦੇ ਕੱਚੇ ਭਾਂਡੇ ਜਿਹੜੇ ਨੇ, ਉਹਨਾਂ ਨੂੰ ਜਿੰਨਾ ਮਰਜ਼ੀ ਧੋਵੋਗੇ ਉਹ ਛੇਤੀ ਭੁਰ ਜਾਣਗੇ, ਟੁੱਟ ਜਾਣਗੇ। ਪਰ ਜੇ ਉਹਨੂੰ ਅੱਗ ਵਿੱਚ ਪਕਾ ਲਿਆ ਜਾਵੇ ਤਾਂ ਉਹੀ ਭਾਂਡਾ ਮਜ਼ਬੂਤ ਹੋ ਜਾਂਦਾ ਹੈ, ਪੱਕਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਆਪਾਂ ਸਤਿਗੁਰੂ ਦੀ ਸੇਵਾ ਕਰਾਂਗੇ ਤਾਂ ਸਾਡਾ ਜੀਵਨ ਉੱਚਾ ਹੋ ਜਾਵੇਗਾ, ਸਾਡਾ ਜੀਵਨ ਆਨੰਦਮਈ ਹੋ ਜਾਵੇਗਾ, ਜੋ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੈ। हे ਮੇਰੇ ਮਨ, ਸਤਿਗੁਰੂ ਦੀ ਸੇਵਾ ਕਰ। ਸਤਿਗੁਰੂ ਦੀ ਸੇਵਾ ਕਰਨ ਨਾਲ ਸੁਖ ਪ੍ਰਾਪਤ ਹੁੰਦਾ ਹੈ। ਜੋ ਇੱਛੋ ਸੋਈ ਫਲ ਪਾਵੋ, ਫਿਰ ਦੂਖ ਨਾ ਵਿਆਪੈ ਕੋਈ। ਜੋ ਵੀ ਇੱਛਾ ਕਰੋਗੇ ਉਹ ਫਲ ਮਿਲ ਜਾਵੇਗਾ, ਫਿਰ ਕਿਸੇ ਵੀ ਤਰ੍ਹਾਂ ਦਾ ਦੁੱਖ ਵਿਆਪਤ ਨਹੀਂ ਹੋਵੇਗਾ। ਹੁਣ ਇੱਥੇ ਇੱਕ ਸਵਾਲ ਖੜਾ ਹੋ ਜਾਵੇਗਾ ਕਿ ਜਿਹੜੇ ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ, ਉਹਨਾਂ ਨੂੰ ਦੁੱਖ ਨਹੀਂ ਆਉਂਦਾ? ਤੇ ਜੇ ਆਪਾਂ ਦੇਖਾਂਗੇ ਸੰਸਾਰਿਕ ਦ੍ਰਿਸ਼ਟੀ ਨਾਲ, ਬਾਣੀ ਪੜ੍ਹਨ ਵਾਲਿਆਂ ਨੂੰ ਵੀ ਤਾਪ ਚੜ੍ਹਦਾ ਹੈ, ਬਾਣੀ ਪੜ੍ਹਨ ਵਾਲਿਆਂ ਨੂੰ ਵੀ ਮੁਸੀਬਤ ਪੈਂਦੀ ਹੈ, ਦੁੱਖ ਰੋਗ ਉਹਨਾਂ ਨੂੰ ਵੀ ਆਉਂਦਾ ਹੈ। ਤੇ ਫਿਰ ਤਾਂ ਅਸੀਂ ਕਹਾਂਗੇ ਜੀ ਬਾਣੀ ਵਿੱਚ ਤਾਂ ਲਿਖਿਆ ਵੀ ਬਾਣੀ ਪੜ੍ਹਨ ਨਾਲ ਦੁੱਖ ਮਿਟ ਗਏ, ਦੁੱਖ ਵਿਆਪਦਾ ਨਹੀਂ। ਤੇ ਇੱਥੇ ਤਾਂ ਦੁੱਖ ਚਿੰਬੜੇ ਹੋਏ ਨੇ। ਅਸਲ ਵਿੱਚ ਜਦੋਂ ਕੋਈ ਨਾਮ ਨਾਲ ਜੁੜਦਾ ਹੈ, ਉਹ ਅੰਦਰੋਂ ਇੰਨਾ ਸਟਰੋਂਗ ਹੋ ਜਾਂਦਾ ਹੈ, ਇੰਨਾ ਪਾਵਰਫੁਲ ਹੋ ਜਾਂਦਾ ਹੈ, ਉਹਨੂੰ ਦੁੱਖ ਨਹੀਂ ਲੱਗਦਾ। ਜਿਵੇਂ ਦਾਸ ਅਕਸਰ ਇਸ ਬਾਰੇ ਪ੍ਰਮਾਣ ਆਪਾਂ ਦੇਈ ਦੀ ਸਾਂਝ ਪਾਈ ਦੀ ਹੈ। ਜਿਵੇਂ ਹੁਣ ਠੰਡ ਦਾ ਮੌਸਮ ਆ ਗਿਆ ਹੈ, ਕਿੰਨੀ ਵੀ ਠੰਡ ਪਈ ਜਾਵੇ, ਜਿਸ ਬੰਦੇ ਕੋਲ ਬਹੁਤ ਧਨ ਹੈ, ਜਿਹਨੇ ਕਮਾਈ ਕੀਤੀ ਹੈ ਧਨ ਦੀ, ਉਸ ਮਾਇਆ ਦੇ ਨਾਲ ਵਧੀਆ ਗਰਮ ਕੱਪੜੇ ਲੈ ਕੇ ਪਾ ਲੈਂਦਾ ਹੈ, ਵਧੀਆ ਗਰਮ ਬੂਟ ਪਾ ਲੈਂਦਾ ਹੈ, ਵਧੀਆ ਘਰ ਦੇ ਵਿੱਚ ਰਹਿੰਦਾ ਹੈ। ਏਸੀ ਲੱਗੇ ਨੇ, ਹੀਟਰ ਲੱਗੇ ਨੇ, ਗੱਡੀ ਦੇ ਵਿੱਚ ਏਸੀ ਲੱਗਾ, ਹੀਟਰ ਲੱਗਾ ਹੈ। ਉਹ ਜਿੱਥੇ ਵੀ ਜਾਵੇਗਾ ਉਹਨੂੰ ਸਰਦੀ ਤਾਂ ਪੈ ਰਹੀ ਹੈ ਸਾਰੇ ਪਾਸੇ ਇੱਕੋ ਜੀ। ਉਹੀ ਸਰਦੀ ਕਿਸੇ ਗਰੀਬ ਦੀ ਜਾਨ ਲੈ ਲੈਂਦੀ ਹੈ, ਕਿਸੇ ਕਮਜ਼ੋਰ ਬੰਦੇ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ, ਰੋਗੀ ਨੂੰ ਦੁਖੀ ਕਰਦੀ ਹੈ। ਉਹੀ ਸਰਦੀ ਜਿਹੜੀ ਹੈ ਹੋਰਾਂ ਨੂੰ ਦੁਖੀ ਕਰਦੀ ਹੈ। ਪਰ ਜਿਹਦੇ ਕੋਲ ਬਹੁਤ ਧਨ ਹੈ, ਉਹ ਸਰਦੀ ਉਹਨੂੰ ਕੁਝ ਨਹੀਂ ਕਹੇਗੀ, ਕਿਉਂਕਿ ਉਹਦੇ ਕੋਲ ਸਾਧਨ ਨੇ, ਉਹਨਾਂ ਸਾਧਨਾਂ ਨਾਲ ਉਸ ਸਰਦੀ ਤੋਂ ਉਹ ਬਚਿਆ ਹੈ। ਭਾਵੇਂ ਕਿ ਸਰਦੀ ਤਾਂ ਉਹਦੇ ਘਰ ਵਿੱਚ ਵੀ ਓਨੀ ਹੀ ਪੈ ਰਹੀ ਹੈ, ਜਿੱਥੇ ਉਹ ਰਹਿ ਰਿਹਾ ਉਸ ਇਲਾਕੇ ਵਿੱਚ ਸਰਦੀ ਤਾਂ ਓਨੀ ਹੀ ਹੈ, ਪਰ ਉਸ ਇਲਾਕੇ ਵਿੱਚ ਕੋਈ ਸਰਦੀ ਨਾਲ ਕਿਸੇ ਦੀ ਮੌਤ ਹੋ ਜਾਂਦੀ ਹੈ, ਕੋਈ ਰੋਗੀ ਹੋ ਜਾਂਦਾ ਹੈ, ਕੋਈ ਕੁਝ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰਮੁਖਾਂ ਦੇ ਮਨ ਉੱਪਰ ਦੁੱਖ ਦਾ ਕੋਈ ਅਸਰ ਨਹੀਂ ਹੁੰਦਾ। ਸਰੀਰ ਕਰਕੇ ਦੁੱਖ ਤਾਂ ਉਹਨਾਂ ਨੂੰ ਵੀ ਆਉਂਦੇ ਨੇ, ਸਰੀਰ ਕਰਕੇ ਰੋਗ ਤਾਂ ਉਹਨਾਂ ਨੂੰ ਵੀ ਆਉਂਦਾ ਹੈ, ਪਰ ਉਹ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਆਮ ਮਨੁੱਖ ਜਿਹੜਾ ਬਾਣੀ ਨਾਲ ਨਹੀਂ ਜੁੜਿਆ, ਉਹ ਦੁਖੀ ਹੁੰਦਾ, ਬੜਾ ਰੋਗ ਆਉਣ ਦੇ ਨਾਲ ਬੜਾ ਕਲਪ ਜਾਂਦਾ ਹੈ। ਪਰ ਗੁਰਮੁਖ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਜਿਵੇਂ ਪਿਛਲੇ ਸਮੇਂ ਦੇ ਅੰਦਰ ਦਰਬਾਰ ਸਾਹਿਬ ਦੇ ਇੱਕ ਗ੍ਰੰਥੀ ਸਾਹਿਬਾਨ, ਉਹਨਾਂ ਨੂੰ ਕੈਂਸਰ ਦਾ ਰੋਗ ਹੋ ਗਿਆ ਸੀ, ਤੇ ਡਾਕਟਰ ਨੇ ਕਿਹਾ ਵੀ ਤੁਹਾਡੇ ਸਾਰੇ ਇਲਾਜ ਕੀਤਾ, ਜਿਹੜੀ ਉਹ ਥੈਰੇਪੀ ਹੁੰਦੀ ਹੈ, ਕਹਿੰਦੇ ਤੁਹਾਡੇ ਸਾਰੇ ਕੇਸ ਝੜ ਜਾਣਗੇ। ਉਹ ਕਹਿੰਦੇ ਨਹੀਂ, ਮੈਨੂੰ ਮੌਤ ਕਬੂਲ ਹੈ, ਕਿਉਂਕਿ ਮੌਤ ਤਾਂ ਇੱਕ ਦਿਨ ਆਉਣੀ ਹੈ। ਆਮ ਆਪਾਂ ਕਹਿੰਦੇ ਸਾਨੂੰ ਬਚਾ ਲਓ, ਜੋ ਮਰਜ਼ੀ ਕਰ ਲਓ, ਰੋਮ ਕੱਟਣੇ ਨੇ ਕੱਟ ਦੋ ਤਾਂ ਵੀ ਕੋਈ ਗੱਲ ਨਹੀਂ। ਉਹ ਕਹਿੰਦੇ ਨਹੀਂ, ਅਸੀਂ ਸਾਬਤ ਸੁਰਤ ਹੀ ਰਹਿਣਾ ਹੈ। ਦਾਸ ਨੂੰ ਉਹਨਾਂ ਦਾ ਨਾਮ ਵਿਸਰ ਗਿਆ, ਥੋੜਾ ਸਮਾਂ ਹੀ ਹੋਇਆ ਹੈ, ਉਹ ਫਿਰ ਚੜ੍ਹਾਈ ਕਰ ਗਏ। ਸਾਬਤ ਸੁਰਤ ਰਹੇ, ਕਹਿੰਦੇ ਸਾਬਤ ਸੁਰਤ ਦੇ ਵਿੱਚ ਹੀ ਜੋ ਦਵਾਈ ਖਾਣੀ, ਇਲਾਜ ਕਰਨਾ ਕਰੋ।
ਇਸ ਤੋਂ ਅੱਗੇ ਨਹੀਂ ਤਾਂ ਉਹਨਾਂ ਨੇ ਉਹ ਥੈਰੇਪੀ ਕਰਾਈ ਹੀ ਨਹੀਂ ਹੈ। ਕਹਿੰਦੇ ਨਹੀਂ ਮੌਤ ਕਬੂਲ ਹੈ ਪਰ ਆਪਣੇ ਸਿੱਖੀ ਸਰੂਪ ਨੂੰ ਨਹੀਂ ਤਿਆਗਣਾ। ਗੁਰੂ ਦੇ ਕੋਲ ਜਾਵਾਂਗੇ, ਇੱਕ ਦਿਨ ਮਰਨਾ ਤਾਂ ਹੈ ਹੀ। ਤਾਂ ਉਸੇ ਸਿੱਖੀ ਸਰੂਪ ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ। ਮੌਤ ਤੋਂ ਡਰ ਨਹੀਂ ਲੱਗਾ, ਕਿਉਂਕਿ ਗੁਰੂ ਨਾਲ ਪ੍ਰੇਮ। ਆਪਾਂ ਮੌਤ ਤੋਂ ਡਰਦੇ ਹਾਂ, ਬਚਾ ਲਓ ਸਾਨੂੰ, ਬਚਾ ਲਓ ਸਾਨੂੰ, ਭੱਜੇ ਫਿਰਦੇ ਹਾਂ। ਤੋ ਪਾਤਸ਼ਾਹ ਕਹਿੰਦੇ ਗੁਰਮੁਖਾਂ ਦੇ ਜੀਵਨ ਵਿੱਚ ਵੀ ਦੁੱਖ ਰੋਗ ਤਾਂ ਆਉਂਦੇ ਨੇ, ਪਰ ਉਹ ਪਰਵਾਹ ਨਹੀਂ ਕਰਦੇ, ਕਿਉਂਕਿ ਉਹ ਅੰਦਰੋਂ ਪਾਵਰਫੁਲ ਹੁੰਦੇ ਨੇ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਕਾਚੇ ਭਾਂਡੇ ਸਾਜ ਨਿਵਾਜੇ ਅੰਤਰ ਜੋਤ ਸਮਾਈ। ਵਾਹਿਗੁਰੂ ਨੇ ਸਾਡੇ ਸਰੀਰ ਦੇ ਕੱਚੇ ਭਾਂਡੇ ਮੈਨੇ ਨਾਸਵੰਤ, ਇਹ ਸਰੀਰ ਸਾਰੇ ਨਾਸਵੰਤ ਨੇ। ਸਾਜ ਕੇ ਵੇਖੋ ਨੇ ਆਪਣੀ ਵਿੱਚ ਜੋਤ ਟਿਕਾ ਦਿੱਤੀ ਹੈ, ਨਵਾਜ ਦਿੱਤਾ ਇਸ ਜੀਵ ਨੂੰ। ਜੈਸਾ ਲਿਖਤ ਲਿਖਿਆ ਧੁਰ ਕਰਤੈ ਹਮ ਤੈਸੀ ਕਿਰਤ ਕਮਾਈ। ਸਮਝ ਆ ਗਈ, ਬੰਦਗੀ ਕਰਕੇ ਸੋਝੀ ਆ ਗਈ ਕਿ ਅਸੀਂ ਆਪ ਨਹੀਂ ਕੁਝ ਕਰ ਰਹੇ, ਸਾਨੂੰ ਜਿਵੇਂ ਵਾਹਿਗੁਰੂ ਪ੍ਰੇਰਿਤ ਕਰਕੇ ਚਲਾ ਰਿਹਾ, ਅਸੀਂ ਉਹਦੇ ਹੁਕਮ ਦੇ ਵਿੱਚ ਹਾਂ। ਉਥੇ ਫਿਰ ਜੀਵ ਆਪਣੀਆਂ ਚਤਰਾਈਆਂ ਸਿਆਣਪਾਂ ਛੱਡ ਦਿੰਦਾ ਹੈ। ਜਦੋਂ ਇਹ ਅਵਸਥਾ ਆ ਜਾਵੇ ਨਾ ਕਿ ਸਾਰਾ ਕੁਝ ਵਾਹਿਗੁਰੂ ਕਰ ਰਿਹਾ ਹੈ, ਉੱਥੇ ਫਿਰ ਜਿਹੜਾ ਝੂਠ ਬੋਲਣਾ, ਨਿੰਦਿਆ, ਮਾੜੇ ਕਰਮ ਕਰਨੇ, ਇਹ ਜੀਵ ਛੱਡ ਦਿੰਦਾ ਹੈ, ਕਿਉਂਕਿ ਉਹਨੂੰ ਸਮਝ ਲੱਗ ਗਈ ਕਿ ਇਹ ਤਾਂ ਮੈਂ ਵਾਹਿਗੁਰੂ ਦੀ ਹੁਕਮ ਅਦੁੱਲੀ ਕਰ ਰਿਹਾ ਹਾਂ। ਤੋ ਮਹਾਰਾਜ ਕਹਿੰਦੇ ਉਹ ਫਿਰ ਪੂਰਨ ਤੌਰ ਤੇ ਸਮਰਪਿਤ ਹੋ ਜਾਂਦਾ ਹੈ। ਵਾਹਿਗੁਰੂ ਜਿਸ ਤਰ੍ਹਾਂ ਦੇ ਤੂੰ ਸਾਡੇ ਮਸਤਕ ਦੇ ਕਰਮ ਲਿਖੇ ਨੇ, ਸਾਡੇ ਵਿਵਹਾਰ ਦੇ ਮੁਤਾਬਕ ਅਸੀਂ ਉਸੇ ਤਰ੍ਹਾਂ ਚੱਲ ਰਹੇ ਹਾਂ, ਤੂੰ ਬਖਸ਼ ਕਰ। ਮਨ ਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ। ਤੂੰ ਸਾਨੂੰ ਸਾਜ ਕੇ ਨਵਾਜ ਕੇ ਭੇਜਿਆ, ਅਸੀਂ ਤਾਂ ਇਹਦਾ ਹੰਕਾਰ ਕਰੀ ਬੈਠੇ ਹਾਂ। ਹੰਕਾਰ ਕਰਕੇ ਜੀਵ ਪਾਪ ਕਰਦਾ ਹੈ, ਮਾੜੇ ਕਰਮ ਕਰਦਾ ਹੈ। ਜਦੋਂ ਅੰਦਰੋਂ ਹੰਕਾਰ ਮਿਟ ਗਿਆ, ਗੁਰੂ ਨਾਲ ਜੁੜ ਗਿਆ, ਫਿਰ ਪਾਪ ਕਰਮ ਨਹੀਂ ਕਰੇਗਾ। ਜਦੋਂ ਤੱਕ ਮੇਰੀ ਮੇਰੀ ਹੈ, ਉਦੋਂ ਤੱਕ ਆਪਾਂ ਕੋਈ ਨਾ ਕੋਈ ਪਾਪ ਤਾਂ ਕਰਾਂਗੇ ਹੀ ਕਰਾਂਗੇ, ਰੋਜ਼ ਕਰਾਂਗੇ। ਮਨ ਤਨ ਥਾਪ ਕੀਆ ਸਭ ਆਪਣਾ, ਅਸੀਂ ਮੰਨ ਲਿਆ ਮਨ ਵੀ ਮੇਰਾ ਹੈ, ਤਨ ਵੀ ਮੇਰਾ ਹੈ। ਇਸੇ ਕਰਕੇ ਸਾਡਾ ਆਵਾਗਮਨ ਬਣ ਜਾਂਦਾ ਹੈ। ਮਨ ਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ। ਇਹੀ ਜੰਮਣ ਮਰਨ ਦਾ ਕਾਰਨ ਹੈ। ਜੇ ਆਪਾਂ ਇਹ ਤਿਆਗ ਦਈਏ, ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਆਪਾਂ ਕਹਿੰਦੇ ਆ ਮੈਂ, ਮੇਰਾ ਸਰੀਰ, ਮੇਰਾ ਪਰਿਵਾਰ, ਮੇਰੇ ਬੱਚੇ, ਮੇਰੀ ਪ੍ਰਾਪਰਟੀ, ਇਹ ਮੇਰੀ ਮੇਰੀ ਆਵਾਗਮਨ ਦਾ ਕਾਰਨ ਬਣ ਜਾਂਦੀ ਹੈ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੇਰੀ ਮੇਰੀ ਨਾ ਕਰਿਆ ਕਰ, ਕਿਆ ਕਰ ਵਾਹਿਗੁਰੂ ਇਹ ਸਾਰਾ ਕੁਝ ਤੇਰਾ ਹੈ, ਸਾਰਾ ਤੂੰ ਹੀ ਤੂੰ ਹੈ। कबीर तू करता तू हुआ, मुझ में रहा ना हूं, जब आपा पर का मिट गया, जत देखो तत तू। क्या कर वाहिगुरु तू ही है। ये परिवार दे रूप विच तू है, धन दौलत दे रूप विच भी तू है, सारा कुछ मेरा, तू ही तू है, होर कुछ है ही नहीं। तो जदों तू करन लग पिया वाहिगुरु ये सारा कुछ तेरा है, तो आवागमन खत्म हो जाता है। जिन दिया सो चित ना आवे, मोह अंध लपटाना। जिस वाहिगुरु ने सारा कुछ दिता ਉਹ ਸਾਨੂੰ ਚੇਤੇ ਨਹੀਂ ਆਉਂਦਾ। ਗੁਰਬਾਣੀ ਵਿੱਚ ਐਸੀ ਬਿਰਤੀ ਵਾਲੇ ਬੰਦੇ ਨੂੰ ਮਨਮੁਖ ਆਖਿਆ ਹੈ। ਇਸ ਹਿਸਾਬ ਨਾਲ ਜੇ ਵੇਖੀਏ ਤੇ ਗੁਰਮੁਖ ਕੋਈ ਵਿਰਲਾ ਮਿਲੇਗਾ। ਬਾਣੀ ਦਾ ਬਚਨ ਹੈ, ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ। ਦੇਣ ਵਾਲੇ ਨਾਲੋਂ ਉਹਦੀ ਦਿੱਤੀ ਹੋਈ ਚੀਜ਼ ਨੂੰ ਤਾਂ ਚੰਗਾ ਮੰਨ ਲਿਆ। ਦੇਂਦੇ ਥਾਵੋਂ ਦਿੱਤਾ ਚੰਗਾ, ਦੇਣ ਵਾਲੇ ਨਾਲੋਂ ਤਾਂ ਉਹਦਾ ਦਿੱਤੀ ਹੋਈ ਵਸਤੂ ਸਾਨੂੰ ਚੰਗੀ ਲੱਗੀ। ਜਿਵੇਂ ਕੋਈ ਆਪਾਂ ਨੂੰ ਗਿਫਟ ਦੇਵੇ, ਆਪਾਂ ਕਹੀਏ ਗਿਫਟ ਤੇ ਬਹੁਤ ਵਧੀਆ ਹੈ ਪਰ ਤੂੰ ਸੋਹਣਾ ਨਹੀਂ ਹੈ, ਤੂੰ ਸਾਨੂੰ ਚੰਗਾ ਨਹੀਂ ਲੱਗਦਾ, ਤਾਂ ਦੇਖੋ ਸਾਡੇ ਤੇ ਖੁਸ਼ ਹੋਵੇਗਾ ਕਿ ਦੁਖੀ ਹੋਵੇਗਾ ਵੀ ਮੈਂ ਤਾਂ ਇਹਨੂੰ ਬੜਾ ਵਧੀਆ ਗਿਫਟ ਦਿੱਤਾ ਹੈ ਤੇ ਇਹ ਕਹਿੰਦਾ ਵੀ ਤੂੰ ਚੰਗਾ ਨਹੀਂ ਲੱਗਦਾ, ਤੂੰ ਪਰਾਂ ਹੋ ਜਾ। ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ। ਇਹ ਮਨਮੁਖ ਦੀ ਨਿਸ਼ਾਨੀ ਹੈ। ਜਿਸ ਵਾਹਿਗੁਰੂ ਨੇ ਘਰ ਦਿੱਤਾ, ਘਰ ਤਾਂ ਚੰਗਾ ਲੱਗਦਾ ਹੈ ਪਰ ਤੂੰ ਸਾਡੇ ਘਰ ਵਿੱਚ ਨਾ ਆ ਜੀ ਕਿਤੇ ਦਾਤਾ। ਆਪਾਂ ਕਹਿੰਦੇ ਨਾ ਮਹਾਰਾਜ ਸਾਨੂੰ ਵਧੀਆ ਕੋਠੀ ਦਿਓ, ਤੇ ਕੋਠੀ ਤੇ ਲੈ ਲਈ ਤੇ ਗੁਰੂ ਦਾ ਆਪਣੇ ਘਰ ਵਿੱਚ ਕੋਈ ਕਮਰਾ ਬਣਾਉਣਾ ਹੀ ਭੁੱਲ ਗਏ, ਜਿੱਥੇ ਬੈਠ ਕੇ ਇਬਾਦਤ ਕਰਾਂਗੇ, ਬੰਦਗੀ ਕਰਾਂਗੇ, ਨਾਮ ਜਪਾਂਗੇ। ਵੀ ਤੂੰ ਘਰ ਤਾਂ ਵਧੀਆ ਦੇ ਦੇ ਪਰ ਉਸ ਘਰ ਵਿੱਚ ਤੇਰੇ ਵਾਸਤੇ ਥੋੜੀ ਜਿੰਨੀ ਵੀ ਜਗ੍ਹਾ ਨਹੀਂ ਹੈ ਜਿੱਥੇ ਅਸੀਂ ਪੋਥੀਆਂ ਰੱਖ ਸਕੀਏ, ਪੋਥੀਆਂ ਪ੍ਰਕਾਸ਼ ਕਰ ਸਕੀਏ।
ਇਹ ਮਨਮੁਖ ਦੀ ਨਿਸ਼ਾਨੀ ਹੈ। ਇਸ ਤਰ੍ਹਾਂ ਸਾਰੇ ਪਾਸੇ ਤੋਂ ਆਪਾਂ ਲਾ ਲਈਏ ਕਾਰੋਬਾਰ ਕਿਤੇ ਵੀ, ਤੋ ਮਹਾਰਾਜ ਕਹਿੰਦੇ ਜਿਸ ਵਾਹਿਗੁਰੂ ਨੇ ਦਿੱਤਾ ਉਹਨੂੰ ਚੇਤੇ ਨਹੀਂ ਕੀਤਾ, ਮੋਹ ਦੇ ਵਿੱਚ ਅੰਨਾ ਇਸ ਤਰ੍ਹਾਂ ਇਹ ਜੀਵ ਲਪਟਾਏ ਮਾਨ ਹੋਇਆ। ਜਿਨ ਕੀਆ ਸੋਈ ਪ੍ਰਭ ਜਾਣੈ, ਹਰਿ ਕਾ ਮਹਿਲ ਅਪਾਰਾ। ਜਿਸ ਵਾਹਿਗੁਰੂ ਨੇ ਸਾਰਾ ਸੰਸਾਰ ਬਣਾਇਆ ਹੈ ਭਾਈ, ਇਹ ਸਾਰਾ ਕੁਝ ਉਸੇ ਦਾ, ਆਪਣਾ ਨਹੀਂ। ਆਪਾਂ ਨੂੰ ਤਾਂ ਵਰਤਣ ਵਾਸਤੇ ਦਿੱਤਾ ਰੱਬ ਨੇ, ਆਪਾਂ ਵਰਤੋ ਤੇ ਉਹਦਾ ਨਾਮ ਜੋ ਤੇਰਾ ਧੰਨਵਾਦ। ਜਿਵੇਂ ਆਪਾਂ ਨੂੰ ਕੋਈ ਫ੍ਰੀ ਵਿੱਚ ਚੀਜ਼ ਦੇਵੇ, ਆਪਾਂ ਵਰਤੀਏ ਤੇ ਉਹਦਾ ਧੰਨਵਾਦ ਕਰੀਏ। ਭਰਾਵਾ ਤੇਰਾ ਧੰਨਵਾਦ, ਤੂੰ ਸਾਨੂੰ ਇਹ ਜਗ੍ਹਾ ਦਿੱਤੀ, ਇਹ ਵਸਤੂ ਦਿੱਤੀ ਵਰਤਣ ਵਾਸਤੇ। ਉਹਦੇ ਤੇ ਕਬਜ਼ਾ ਨਾ ਕਰ ਲਈਏ, ਕਬਜ਼ਾ ਕਰਾਂਗੇ ਤੇ ਲੜਾਈ ਪੈਦਾ ਹੋਵੇਗੀ। ਉਹਨੇ ਕਹਿਣਾ ਮੈਂ ਤੈਨੂੰ ਵੈਸੇ ਵਰਤਣ ਵਾਸਤੇ ਗੱਡੀ ਦਿੱਤੀ, ਕੋਈ ਆਪਾਂ ਨੂੰ ਗੱਡੀ ਦੇਵੇ, ਆਪਾਂ 2-4 ਦਿਨ ਵਾਸਤੇ ਆਪਾਂ ਉਹ ਤੇ ਕਬਜ਼ਾ ਕਰ ਲਈਏ, ਫਿਰ ਲੜਾਈ ਹੋਣੀ ਹੈ। ਅਕਸਰ ਆਪਾਂ ਦੇਖਦੇ ਹਾਂ ਅਦਾਲਤਾਂ ਵਿੱਚ, ਕਿਸੇ ਨੇ ਕਿਸੇ ਦੇ ਪਲਾਟ ਤੇ ਕਬਜ਼ਾ ਕਰ ਲਿਆ, ਕਿਸੇ ਨੇ ਕਿਸੇ ਦੇ ਪੈਸੇ ਤੇ ਕਬਜ਼ਾ ਕਰ ਲਿਆ, ਖੋਹ ਲਿਆ, ਤਾਂ ਉਹ ਕੇਸ ਚੱਲ ਪੈਂਦੇ ਨੇ ਵੀ ਇਦਾਂ ਇਹਨੇ ਮੇਰੇ ਨਾਲ ਇਹ ਧੋਖਾ ਕੀਤਾ ਹੈ। ਤੋ ਵਾਹਿਗੁਰੂ ਨੇ ਸਾਨੂੰ ਇਹ ਸਰੀਰ, ਇਹ ਪਰਿਵਾਰ, ਇਹ ਸੰਸਾਰ ਪਦਾਰਥ ਵਰਤਣ ਵਾਸਤੇ ਦਿੱਤਾ ਹੈ, ਆਪਾਂ ਇਹਦੇ ਤੇ ਕਬਜ਼ਾ ਕਰ ਲਿਆ, ਇਸ ਕਰਕੇ ਕਲੇਸ਼ ਹੋ ਗਿਆ, ਦੁਖੀ ਹੋ ਰਹੇ ਹਾਂ। ਤੋ ਮਹਾਰਾਜ ਕਹਿੰਦੇ ਜਿਨ ਕੀਆ ਸੋਈ ਪ੍ਰਭ ਜਾਣੈ। ਜਿਸ ਵਾਹਿਗੁਰੂ ਨੇ ਬਣਾਇਆ ਉਹੀ ਇਸ ਬਾਰੇ, ਸੰਸਾਰ ਬਾਰੇ ਸਾਰਾ ਕੁਝ ਜਾਣਦਾ ਹੈ। ਹਰਿ ਕਾ ਮਹਿਲ ਅਪਾਰਾ, ਉਹਦਾ ਮਹਿਲ ਅਪਾਰ ਹੈ, ਪਰਾਂ ਤੋਂ ਪਰੇ ਹੈ, ਅੰਤ ਹੀ ਨਹੀਂ ਹੈ। ਭਗਤ ਕਰੀ ਹਰਿ ਕੇ ਗੁਣ ਗਾਵਾ, ਨਾਨਕ ਦਾਸ ਤੁਮਾਰਾ। ਜਿਹਨੂੰ ਸੋਝੀ ਆ ਗਈ ਉਹ ਤਾਂ ਫਿਰ ਰੱਬ ਦੀ ਭਗਤੀ ਕਰਦਾ ਹੈ। ਮਹਾਰਾਜ ਤੇਰਾ ਧੰਨਵਾਦ, ਅਸੀਂ ਇੰਨੇ ਜੋਗੇ ਹੈ ਨਹੀਂ ਸੀ, ਅਸੀਂ ਤਾਂ ਇੱਕ ਕਮਰਾ ਵੀ ਨਹੀਂ, ਕਈ ਬੰਦੇ ਐਸੇ ਨੇ ਦੁਨੀਆ ਵਿੱਚ ਸਾਰੀ ਉਮਰ ਕੱਢ ਜਾਂਦੇ ਨੇ ਵਿਚਾਰੇ, ਇੱਕ ਕਮਰਾ ਵੀ ਨਹੀਂ ਖੜਾ ਕਰ ਸਕਦੇ, ਤੇ ਸਾਨੂੰ ਤੂੰ ਕੋਠੀ ਦਿੱਤੀ ਏਡੀ ਵੱਡੀ, ਇਹ ਤੇਰੀ ਦਾਤ ਹੈ, ਤੇਰਾ ਧੰਨਵਾਦ ਹੈ ਮਾਲਕ, ਤੂੰ ਸਾਨੂੰ ਪਰਿਵਾਰ ਦਿੱਤਾ। ਕਈ ਐਸੇ ਨੇ ਸੰਸਾਰ ਵਿੱਚ, ਉਹਨਾਂ ਦੇ ਘਰ ਵਿੱਚ ਇੱਕ ਵੀ ਕੋਈ ਨਾ ਧੀ ਤੇ ਨਾ ਕੋਈ ਪੁੱਤ ਹੁੰਦਾ ਹੈ, ਤੈਨੂੰ 4-4 ਪੁੱਤਰ ਦਿੱਤੇ ਨੇ, ਪਦਾਰਥ ਦਿੱਤੇ ਨੇ, ਇੰਨੀਆਂ ਦਾਤਾਂ ਦਿੱਤੀਆਂ ਨੇ, ਇਹ ਤੇਰੇ ਬਲ ਨਾਲ ਨਹੀਂ ਮਿਲੀਆਂ, ਇਹ ਵਾਹਿਗੁਰੂ ਦੀ ਕਿਰਪਾ ਹੋਈ ਹੈ। ਵਾਹਿਗੁਰੂ ਤੇਰਾ ਧੰਨਵਾਦ, ਤੂੰ ਇੰਨੇ ਰੰਗ ਲਾਏ ਨੇ, ਇੰਨੀਆਂ ਦਾਤਾਂ ਦਿੱਤੀਆਂ ਨੇ, ਅਸੀਂ ਤੇਰੇ ਦਿੱਤੇ ਹੋਏ ਦਾ ਤੇਰਾ ਸ਼ੁਕਰਾਨਾ ਵੀ ਨਹੀਂ ਕਰ ਸਕਦੇ, ਜੋ ਕੁਝ ਸਾਨੂੰ ਤੂੰ ਦਿੱਤਾ ਹੈ। ਭਗਤ ਕਰੀ ਹਰਿ ਕੇ ਗੁਣ ਗਾਵਾਂ। ਬਸ ਹੁਣ ਇਸ ਅਵਸਥਾ ਵਿੱਚ ਆ ਕੇ ਫਿਰ ਭਗਤੀ ਕਰਨ ਨੂੰ ਦਿਲ ਕਰਦਾ ਹੈ। ਵਾਹਿਗੁਰੂ ਤੇਰਾ ਧੰਨਵਾਦ, ਭਗਤੀ ਦਾ ਅਰਥ ਹੈ ਵਾਹਿਗੁਰੂ ਦਾ ਧੰਨਵਾਦ ਕਰਨਾ, ਵੀ ਤੂੰ ਇੰਨਾ ਕੁਝ ਦਿੱਤਾ ਹੈ, ਤੇਰਾ ਧੰਨਵਾਦ। ਭਗਤ ਕਰੀ ਹਰਿ ਕੇ ਗੁਣ ਗਾਵਾਂ, ਨਾਨਕ ਦਾਸ ਤੁਮਾਰਾ। ਮੈਂ ਤਾਂ ਤੇਰਾ ਦਾਸ ਬਣ ਗਿਆ, ਸੇਵਕ ਬਣ ਗਿਆ। ਜਦੋਂ ਤੱਕ ਸੋਝੀ ਨਹੀਂ ਆਈ ਉਦੋਂ ਤੱਕ ਤੇ ਆਪਾਂ ਸੇਵਕ ਨਹੀਂ ਬਣਦੇ, ਉਦੋਂ ਤੱਕ ਗੁਰੂ ਅੱਗੇ ਹੰਕਾਰ ਕਰਦੇ ਹਾਂ। ਪਰ ਜਦੋਂ ਕਿਸੇ ਨੂੰ ਅਸਲ ਵਿੱਚ ਸੋਝੀ ਆ ਗਈ, ਫਿਰ ਅੰਦਰੋਂ ਸੇਵਕ ਬਣ ਜਾਂਦਾ ਹੈ, ਅੰਦਰੋਂ ਸਮਰਪਿਤ ਹੋ ਜਾਂਦਾ ਹੈ। ਉਹ ਫਿਰ ਆਪਣਾ ਆਪ ਗੁਰੂ ਤੋਂ ਸਦਕੇ ਕਰਦਾ ਹੈ, ਕੁਰਬਾਨ ਕਰਦਾ ਹੈ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਫਿਰ ਉਹ ਅਵਸਥਾ ਬਣ ਜਾਂਦੀ ਹੈ। ਤਾਂ ਹੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਜਦੋਂ ਇਹ ਜੀਵ ਸਤ ਸੰਗਤ ਕਰਦਾ ਹੈ, ਜਿਵੇਂ ਜਿਵੇਂ ਬਾਣੀ ਨਾਲ ਜੁੜਦਾ, ਇਹਨੂੰ ਅੰਦਰੋਂ ਸੋਝੀ ਆਉਂਦੀ ਹੈ। ਕੀ ਸੋਝੀ ਆਉਂਦੀ ਹੈ ਕਿ ਜੋ ਕੁਝ ਮੇਰੇ ਕੋਲ ਹੈ ਇਹ ਮੇਰੇ ਬਲ ਨਾਲ ਨਹੀਂ ਮਿਲਿਆ, ਇਹ ਸਭ ਕੁਝ ਵਾਹਿਗੁਰੂ ਦੀ ਕਿਰਪਾ ਨਾਲ ਮਿਲਿਆ ਹੈ, ਤੇ ਉਹਨੇ ਸਾਰਾ ਕੁਝ ਸਾਨੂੰ ਇਹ ਮੁਫਤ ਵਿੱਚ ਦਿੱਤਾ ਹੈ। ਆਪਾਂ ਕਿਸੇ ਦੇ ਘਰ ਇੱਕ ਬੱਚਾ ਨਹੀਂ, ਸੰਤਾਨ ਨਹੀਂ ਹੋਈ, ਆਪਾਂ ਵੇਖਦੇ ਹਾਂ ਕਰੋੜਾਂ ਰੁਪਏ ਵੀ ਲੈ ਕੇ ਜਾਵੇ ਤੇ ਸੰਤਾਨ ਨਹੀਂ ਹੋ ਸਕਦੀ। ਕਿਸੇ ਡਾਕਟਰ ਕੋਲ ਜਾਵੇ, ਕਿਉਂਕਿ ਬਾਣੀ ਕਹਿੰਦੀ ਹੈ ਦਵਾਈ ਨੇ ਵੀ, ਡਾਕਟਰ ਨੇ ਵੀ, ਉਹਦੀ ਦਿੱਤੀ ਹੋਈ ਦਵਾਈ ਨੇ ਵੀ ਕੰਮ ਤਾਂ ਕਰਨਾ ਹੈ ਜੇ ਵਾਹਿਗੁਰੂ ਦੀ ਕਿਰਪਾ ਹੋ ਗਈ। ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਵਾਹਿਗੁਰੂ ਜਦੋਂ ਵਿੱਚ ਆਪ ਆ ਕੇ ਖਲੋ ਜਾਂਦਾ ਹੈ, ਡਾਕਟਰ ਦੀ ਇੱਕ ਦਿੱਤੀ ਹੋਈ ਪੂੜੀ ਨਾਲ ਹੀ ਸਾਰਾ ਕੁਝ ਮਸਲਾ ਹੱਲ ਹੋ ਜਾਂਦਾ ਹੈ। ਤੇ ਜੇ ਉਹਦੀ ਕਿਰਪਾ ਨਾ ਹੋਵੇ ਫਿਰ ਕੁਝ ਵੀ ਨਹੀਂ। ਭਾਵ ਕਿ ਸਾਰਾ ਕੁਝ ਆਪਾਂ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। ਭਾਵੇਂ ਧੀਆਂ ਨੇ, ਪੁੱਤਰ ਨੇ, ਕਾਰੋਬਾਰ ਹੈ, ਸਰੀਰ ਠੀਕ ਹੈ, ਘਰ-ਬਾਰ ਹੈ, ਜੋ ਕੁਝ ਵੀ ਹੈ ਇਹ ਸਾਨੂੰ ਵਾਹਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਸ ਕਰਕੇ ਉਹਦੇ ਚਰਨਾਂ ਵਿੱਚ ਅਰਦਾਸ ਬੇਨਤੀ, ਵਾਹਿਗੁਰੂ ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿਣ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਗ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਤੇਰੀ ਕਿਰਪਾ ਵਿੱਚ ਹੀ ਸਾਰਾ ਕੁਝ ਹੈ।
ਤੋ ਤੂੰ ਕਿਰਪਾ ਕਰ ਸਾਡੇ ਤੇ ਬਖਸ਼ਿਸ਼ ਕਰ। ਇਸ ਤਰ੍ਹਾਂ ਜਿਸ ਜਗਿਆਸੂ ਨੂੰ ਸੋਝੀ ਆ ਗਈ ਫਿਰ ਉਹ ਇਹ ਅਰਦਾਸ ਕਰਦਾ ਹੈ। ਆਪਾਂ ਵੀ ਇਹ ਅਰਦਾਸ ਕਰਿਆ ਕਰੀਏ, ਮਹਾਰਾਜ ਤੂੰ ਸਾਨੂੰ ਬਹੁਤ ਕੁਝ ਦਿੱਤਾ ਹੈ। ਵੇਖੋ ਜੇ ਆਪਣੇ ਪੈਰ ਨਾ ਹੁੰਦੇ ਫਿਰ ਆਪਾਂ ਕਿਹੜਾ ਰੱਬ ਦੇ ਡਾਂਗ ਮਾਰ ਲੈਣੀ ਸੀ। ਜੇ ਹੱਥ ਨਾ ਹੁੰਦੇ, ਅੱਖਾਂ ਨਾ ਹੁੰਦੀਆਂ, ਜ਼ੁਬਾਨ ਨਾ ਹੁੰਦੀ, ਫਿਰ ਰੱਬ ਦਾ ਕੀ ਵਿਗਾੜ ਲੈਣਾ ਸੀ। ਉਸ ਵਾਹਿਗੁਰੂ ਨੇ ਬੜੀ ਬਖਸ਼ਿਸ਼ ਕਰਕੇ ਸਾਰਾ ਕੁਝ ਦੇਣਾ ਕੀਤਾ ਹੈ। ਉਹਦਾ ਧੰਨਵਾਦ, ਸ਼ੁਕਰਾਨਾ ਹੈ। ਵਾਹਿਗੁਰੂ ਤੂੰ ਕਿਰਪਾ ਕੀਤੀ ਹੈ, ਔਰ ਇੰਨੀ ਵੱਡੀ ਕਿਰਪਾ, ਸਭ ਤੋਂ ਵੱਡੀ ਕਿਰਪਾ ਉਹਨੇ ਇਹ ਕੀਤੀ, ਸਾਨੂੰ ਸਿੱਖਾਂ ਦੇ ਘਰ ਵਿੱਚ ਜਨਮ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ। ਆਪਾਂ ਕਿਤੇ ਮੜੀਆਂ ਨੂੰ, ਕਿਤੇ ਭੂਤਾਂ ਨੂੰ, ਕਿਤੇ ਕਬਰਾਂ ਨੂੰ ਪੂਜਣ ਵਾਲੇ ਨਹੀਂ ਬਣੇ, ਨਹੀਂ ਤੇ ਉਹ ਵੀ ਖੁਆਰੀ ਦਾ ਮਾਰਗ ਹੈ। ਜੇ ਉਹ ਐਸੇ ਕਿਸੇ ਕੁਟੁੰਬੇ ਵਿੱਚ ਜਨਮ ਹੋ ਜਾਂਦਾ ਕਿ ਮੜੀਆਂ ਨੂੰ, ਪਸ਼ੂਆਂ ਨੂੰ ਹੀ ਪੂਜੀ ਜਾਂਦੇ ਨੇ ਕਈ ਲੋਕ, ਕਈ ਸੱਪਾਂ ਦੀ ਪੂਜਾ ਕਰੀ ਜਾਂਦੇ ਨੇ। ਇਹ ਆਪਣੇ ਤੇ ਵਾਹਿਗੁਰੂ ਦੀ ਕਿਰਪਾ ਹੈ ਕਿ ਆਪਾਂ ਨੂੰ ਇੰਨੇ ਵੱਡੇ ਗੁਰੂ ਨਾਨਕ ਦੇ ਘਰ ਦੇ ਵਿੱਚ, ਸਿੱਖਾਂ ਦੇ ਘਰ ਦੇ ਵਿੱਚ ਜਨਮ ਦਿੱਤਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਹੇ ਵਾਹਿਗੁਰੂ ਤੇਰਾ ਧੰਨਵਾਦ, ਧੰਨਵਾਦ, ਧੰਨਵਾਦ। ਸਤਿਗੁਰੂ ਜੀ ਮਹਿਰਾਮਤ ਕਰਨ, ਸਤਿਗੁਰੂ ਦੀ ਬਾਣੀ ਨੂੰ ਕਮਾਈਏ ਭਾਵਨਾ ਨਾਲ, ਪ੍ਰੇਮ ਨਾਲ, ਤਾਂ ਜੋ ਸਾਡਾ ਇਹ ਜੀਵਨ ਸਫਲ ਹੋ ਜਾਵੇ, ਲੇਖੇ ਲੱਗ ਜਾਵੇ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।